ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਖੁਦਾਵੰਦ ਦਾ ਸ਼ੁਕਰ ਕਰੀਏ। ਸੋ ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਸਾਰੇ YouTube ਚੈਨਲ ਤੇ ਖੁਦਾ ਦੀ ਆਵਾਜ਼ ਨੂੰ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਸੋ ਭਲਿਓ ਜਿਸ ਵੇਲੇ ਖੁਦਾ ਦੇ ਕਲਾਮ ਨੂੰ ਸੁਣਦੇ ਹਾਂ ਤੇ ਜ਼ਰੂਰ ਇਹਨੂੰ ਲਾਈਕ ਵੀ ਕਰੀਏ, ਇਹਨੂੰ ਸ਼ੇਅਰ ਵੀ ਕਰੀਏ, ਬੈਲ ਦਾ ਬਟਨ ਵੀ ਦਬਾਈਏ ਤਾਂ ਕਿ ਖੁਦਾਵੰਦ ਦਾ ਕਲਾਮ ਸਾਡੇ ਤੱਕ ਪਹੁੰਚਦਾ ਰਹੇ। ਤੇ ਅੱਜ ਮੀਕਾ ਦੀ ਕਿਤਾਬ ਉਸ ਦਾ 6 ਬਾਬ ਉਹਦੀ ਪਹਿਲੀ ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ ਮਿਲਦਾ ਏ ਕਿ ਹੁਣ ਤੂੰ ਪਹਾੜਾਂ ਦੇ ਸਾਹਮਣੇ ਗੱਲਾਂ ਕਰ, ਬਹਿਸ ਕਰ, ਜ਼ੋਰ ਨਾ ਪੁਕਾਰ, ਤੇ ਟੀਲੇ ਤੇਰੀ ਆਵਾਜ਼ ਸੁਣ। ਇਹ ਪਹਾੜ, ਇਹ ਟੀਲੇ, ਇਹ ਸਖਤ, ਇਹ ਕੋਈ ਪਹਾੜ ਹੀ ਨਹੀਂ ਗੇ। 2 ਆਇਤ 'ਚ ਲਿਖਿਆ ਏ, ਪਹਾੜੋ ਤੇ ਜ਼ਮੀਨ ਦੀ ਮੋਹਕਮ ਬੁਨਿਆਦੋ, ਖੁਦਾਵੰਦ ਦਾ ਦਾਵਾ ਸੁਣੋ, ਕਿਉਂਕਿ ਖੁਦਾਵੰਦ ਆਪਣੇ ਲੋਕਾਂ ਦੇ ਉੱਤੇ ਦਾਵਾ ਕਰਦਾ ਹੈ ਤੇ ਇਸਰਾਈਲ ਦੇ ਉੱਤੇ ਹੁਜਤ ਸਾਬਤ ਕਰਦਾ ਹੈ, ਇਸਰਾਈਲ ਨਾਲ ਗੱਲਾਂ ਕਰਦਾ ਹੈ। 3 ਐਚ ਲਿਖਿਆ, ਮੇਰੇ ਲੋਗੋ ਤੁਸੀਂ ਕੀ ਕਰਦੇ ਹੋ? ਮੈਂ ਤੁਹਾਨੂੰ ਕਿਸ ਗੱਲ ਵਿੱਚ ਅਰਜ਼ੂਦਾ ਕੀਤਾ ਹੈ? ਕਿਸ ਗੱਲ ਵਿੱਚ ਤੁਸੀਂ ਮੇਰੇ ਤੋਂ ਰੁੱਸੇ ਹੋ? ਮੇਰੇ ਤੇ ਸਾਬਤ ਕਰੋ, ਕਿਉਂਕਿ ਮੈਂ ਤੁਹਾਨੂੰ ਮੁਲਕੇ ਮਿਸਰ ਚੋਂ ਕੱਢ ਕੇ ਲਿਆਇਆ ਤੇ ਜਦੋਂ ਗੁਲਾਮੀ ਦੇ ਘਰ ਚੋਂ ਕੱਢ ਕੇ ਲਿਆਇਆ ਤੇ ਫਿਦਿਆ ਦੇ ਕੇ ਲਿਆਇਆ। ਤੁਹਾਡੇ ਅੱਗੇ ਮੈਂ ਮੂਸਾ ਤੇ ਹरून ਤੇ ਮਰੀਮ ਨੂੰ ਭੇਜਿਆ। ਸੋ ਖੁਦਾ ਆਪਣੇ ਲੋਕਾਂ ਨਾਲ ਗੱਲਾਂ ਕਰਦਾ ਹੈ, ਪਹਾੜਾਂ ਨਾਲ। ਉਹ ਬਾਈਬਲ 'ਚ ਲਿਖਿਆ ਏ, ਅਗਰ ਅੱਜ ਤੂੰ ਖੁਦਾ ਦੀ ਆਵਾਜ਼ ਨੂੰ ਸੁਣਨਾ ਹੈ ਤੇ ਆਪਣੇ ਦਿਲ ਨੂੰ ਸਖਤ ਨਾ ਕਰ, ਸਖਤ ਨਾ ਕਰ। ਕੁਲਸੀਓਂ 3 ਬਾਬ 16 'ਚ ਲਿਖਿਆ ਏ, ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ ਦੇ ਵਿੱਚ ਕਸਰਤ ਦੇ ਨਾਲ ਵਸਣ ਦਿਓ। ਅਸੀਂ ਦਿਲਾਂ ਨੂੰ ਸਖਤ ਕਰਨੀ ਹੈ। ਇਹ ਪਹਾੜ, ਇਹ ਮੋਹਕਮ ਬੁਨਿਆਦਾਂ, ਇਹ ਦਿਲ ਬਣਾਏ ਹਨ। ਖੁਦਾ ਦੀ ਆਵਾਜ਼ ਦਾ ਅਸਰ ਨਹੀਂ ਪੈਦਾ ਹੁੰਦਾ। ਅਬਰਾਨੀਓ 4 ਬਾਬ ਉਹਦੀ 2 ਐਤ ਨੂੰ ਪੜ੍ਹੀਏ ਨਾ, ਰਸੂਲ ਕਹਿੰਦਾ ਏ, ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ ਖੁਸ਼ਖਬਰੀ ਸੁਣਾਈ ਗਈ ਸੀ, ਪਰ ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਾ ਦਿੱਤਾ। ਕਿਉਂ ਫਾਇਦਾ ਨਾ ਦਿੱਤਾ? ਕਿਉਂਕਿ ਲਿਖਿਆ ਏ, ਸੁਣਨ ਵਾਲਿਆਂ ਦੇ ਦਿਲਾਂ ਦੇ ਵਿੱਚ ਈਮਾਨ ਦੇ ਨਾਲ ਨਾ ਬੈਠਿਆ। ਪੌਲੁਸ ਰਸੂਲ ਇਮਾਲ ਦੀ ਕਿਤਾਬ 20 ਬਾਬ 20 ਐਚ ਕਹਿੰਦਾ ਏ, ਜਿਹੜੀਆਂ ਗੱਲਾਂ ਤੁਹਾਡੇ ਫਾਇਦੇ ਦੀਆਂ ਸੀ, ਮੈਂ ਘਰ ਘਰ ਜਾ ਕੇ ਦੱਸੀਆਂ ਨੇ ਤੇ ਮੈਂ ਝਿਜਕਿਆ ਨਹੀਂ। ਤੇ ਉਹ ਕਾਹਦੇ ਨਾਲ ਫਾਇਦਾ ਕਰਦਾ ਬਈ? ਅੰਜੀਲ ਸੁਣਾਉਂਦਾ, ਅੰਜੀਲ। ਤੇ ਅੰਜੀਲ ਦੇ ਹਿਸਾਬ ਨਾਲ ਕਹਿੰਦਾ, ਮੈਂ ਤੁਹਾਡਾ ਬਾਪ ਬਣਿਆ। ਅਗਰ ਤੁਹਾਡੇ 10,000 ਉਸਤਾਦ ਵੀ ਹੋਣ, ਪਰ ਅੰਜੀਲ ਦੇ ਹਿਸਾਬ ਨਾਲ ਮੈਂ ਤੁਹਾਡਾ ਬਾਪ ਏ। ਤੇ ਇਸ ਕਰਕੇ ਭਰਾਓ, ਰਸੂਲਾਂ ਦੇ ਇਮਾਲ 17 ਬਾਬ, ਰਸੂਲਾਂ ਦੀ ਇਮਾਲ 17 ਬਾਬ ਉਹਦੀ 17 ਹੀ ਐਤ ਤੋਂ ਪੜ੍ਹੀਏ ਨਾ ਤੇ ਲਿਖਿਆ ਮਿਲਦਾ ਏ, ਉਹ ਇਬਾਦਤ ਖਾਨੇ ਦੇ ਵਿੱਚ
ਜਿਹੜਾ ਯਹੂਦੀਆਂ ਦਾ ਸੀਗਾ ਗਿਆ ਤੇ ਜਿਹੜੇ ਚੌਕ ਦੇ ਵਿੱਚ ਮਿਲਦੇ ਸੀ ਉਹਨਾਂ ਨਾਲ ਰੋਜ਼ ਬਹਿਸ ਕਰਦਾ ਸੀ। ਸੋ ਬਹਿਸ ਨੂੰ ਗੁਨਾਹ ਸਮਝ ਲੈਨੇ ਬਈ। ਕਿਆ ਰਸੂਲ ਗੁਨਾਹ ਕਰਦਾ ਸੀ? ਮੈਂ ਦੇਖਿਆ ਕਲਾਮ ਦੀ ਗੱਲਬਾਤ ਹੁੰਦੀ ਹੋਵੇ ਨਾ ਤੇ ਲੋਕ ਭੱਜ ਭੱਜ ਕੇ ਦੂਰੋਂ ਉੱਠ ਕੇ ਆਣ ਕੇ ਬਾਈਬਲ ਨੂੰ ਫੜਦੇ ਆ। ਭਾਈ ਜੀ ਇਹਨੂੰ ਤੇ ਬੰਦ ਕਰੋ, ਭਾਈ ਜੀ ਇਹਨੂੰ ਤੇ ਬੰਦ ਕਰੋ। ਹੱਥ ਚੋਂ ਖੋਣ ਲਈ ਪੈਂਦੇ ਹੁੰਦੇ ਆ ਤੇ ਬੰਦ ਕਰਾਉਂਦੇ ਆ। ਹਾਲਾਂਕਿ ਕਲਾਮ ਦੇ ਵਿੱਚ ਹੀ ਫਾਇਦਾ ਹੈ। ਰਸੂਲਾਂ ਦੇ ਮਲ 20:32 'ਚ ਲਿਖਿਆ ਏ, ਮੈਂ ਤੁਹਾਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰਨਾ ਤੇ ਇਹ ਤੁਹਾਡੀ ਤਰੱਕੀ ਕਰ ਦੇਗਾ। ਰਸੂਲਾਂ ਦੇ ਇਮਾਲ 26 ਬਾਬ ਜਿਸ ਵੇਲੇ 17 ਤੇ 18 ਐਤ ਨੂੰ ਪੜ੍ਹੀਏ ਤੇ ਖੁਦਾ ਰਸੂਲ ਨੂੰ ਕਹਿੰਦਾ ਹੈ, ਮੈਂ ਤੈਨੂੰ ਇਹਨਾਂ ਲੋਕਾਂ ਤੋਂ ਤੇ ਗੈਰ ਕੌਮਾਂ ਤੋਂ ਬਚਾਉਂਦਾ ਰਵਾਂਗਾ ਤੇ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਣ ਡਿਆ ਤੂੰ ਉਹਨਾਂ ਨਾਲ ਐਸੀਆਂ ਗੱਲਾਂ ਕਰੇਗਾ ਕਿ ਉਹ ਸ਼ੈਤਾਨ ਦੇ ਇਖਤਿਆਰ ਦੇ ਵਿੱਚੋਂ ਮੇਰੀ ਤਰਫ ਰਜੂ ਲਿਆਉਣ ਤੇ ਖੁਦਾ ਯਿਸੂ ਮਸੀਹ ਤੇ ਈਮਾਨ ਲਿਆਉਣ ਦੇ ਸਬਬੋਂ ਗੁਨਾਹਾਂ ਦੀ ਮਾਫੀ ਹਾਸਲ ਕਰਨ ਤੇ ਮੁਕੱਦਸਾਂ ਦੇ ਨਾਲ ਸ਼ਰੀਕ ਹੋ ਜਾਣ। ਉਹ ਕਲਾਮ ਤੇ ਭਰਾਓ ਅਬਲੀਸ ਦੇ ਹੱਥੋਂ ਛਡਾਉਂਦਾ ਹੈ ਸਾਨੂੰ। ਕਲਾਮ ਤੇ ਅੱਖਾਂ ਖੋਲਦਾ ਹੈ। ਕਲਾਮ ਤੇ ਮੁਕੱਦਸਾਂ ਦੇ ਨਾਲ ਮਿਰਾਸ ਵਿੱਚ ਹਿੱਸਾ ਦਿਲਾਉਂਦਾ ਹੈ। ਲੇਕਿਨ ਕਲਾਮ ਵਾਸਤੇ ਦਿਲ ਸਖਤ ਕਰਨੇ, ਦਿਲ ਨੂੰ ਨਰਮਾਉਂਦੇ ਨਹੀਂ। ਕਲਾਮ ਦਾ ਅਸਰ ਨਹੀਂ ਸਾਡੇ ਤੇ ਹੁੰਦਾ। ਹਾਲਾਂਕਿ ਰੋਮੀਓ 15 ਬਾਬ 4 ਐਤ ਨੂੰ ਪੜ੍ਹੀਏ ਨਾ ਤੇ ਬਾਈਬਲ 'ਚ ਲਿਖਿਆ ਮਿਲਦਾ ਹੈ ਕਿ ਜਿੰਨੀਆਂ ਗੱਲਾਂ ਪਹਿਲੇ ਲਿਖੀਆਂ ਗਈਆਂ ਨੇ ਸਾਡੀ ਤਾਲੀਮ ਵਾਸਤੇ ਲਿਖੀਆਂ ਗਈਆਂ ਤਾਂ ਕਿ ਸਬਰ ਦੇ ਨਾਲ ਅਸੀਂ ਕਿਤਾਬੇ ਮੁਕੱਦਸ ਦੀਆਂ ਗੱਲਾਂ ਤੋਂ ਉਮੀਦ ਰੱਖੀਏ ਤੇ ਤਸੱਲੀ ਪਾਈਏ। ਤੇ ਇਬਰਾਨੀ 4 ਬਾਬ ਉਹਦੀ 2 ਐਤ ਕਹਿੰਦੀ ਏ, ਸਾਨੂੰ ਵੀ ਉਹਨਾਂ ਦੀ ਤਰ੍ਹਾਂ ਜਿੱਦਾਂ ਦੂਸਰੇ ਲੋਕਾਂ ਨੂੰ ਖੁਸ਼ਖਬਰੀ ਸੁਣਾਈ ਗਈ ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ, ਪਰ ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਹੀਂ ਦਿੱਤਾ। ਦੋਨਾਂ ਨੂੰ ਇੱਕੋ ਤਰ੍ਹਾਂ ਖੁਸ਼ਖਬਰੀ ਸੁਣਾਈ ਗਈ। ਇੱਕ ਨੇ ਦਿਲ ਨੂੰ ਨਰਮ ਕੀਤਾ, ਦੂਸਰੇ ਨੇ ਦਿਲ ਨੂੰ ਸਖਤ ਕੀਤਾ ਤੇ ਜਿਹਨੇ ਨਰਮ ਕਰ ਲਿਆ ਉਹ ਫਾਇਦਾ ਚੁੱਕਿਆ, ਜਿਹਨੇ ਸਖਤ ਕਰ ਲਿਆ ਉਹ ਘਾਟੇ 'ਚ ਗਿਆ। ਤੇ ਯਰਮੀਆ 2 ਬਾਬ 31 'ਚ ਲਿਖਿਆ, ਐ ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰੇ। ਤੇ ਜਿਹਨਾਂ ਕਲਾਮ ਦਾ ਲਿਹਾਜ਼ ਕਰ ਲਿਆ ਕਲਾਮ ਨੇ ਉਹਨਾਂ ਦਾ ਲਿਹਾਜ਼ ਕਰ ਲਿਆ, ਤੇ ਜਿਹਨਾਂ ਨੇ ਕਲਾਮ ਨੂੰ ਠੁਕਰਾਤਾ ਕਲਾਮ ਉਹਨਾਂ ਨੂੰ ਠੁਕਰਾ ਦੇਗਾ। ਕਿਉਂਕਿ ਮਰਕਸ ਦੀ ਅੰਚੀਲ 7 ਬਾਬ 6 ਐਤ ਤੋਂ 9 ਐਤ ਤੱਕ ਪੜ੍ਹੋ ਤੇ ਖੁਦਾਵੰਦ ਯਿਸੂ ਮਸੀਹ ਨੇ ਆਖਿਆ, ਯਸਾਇਆ ਨਬੀ ਨੇ ਕਿਆ ਖੂਬ ਨਬੂਵਤ ਕੀਤੀ ਤੇ ਆਖਿਆ ਕਿ ਲੋਕ ਹੋਂਠਾਂ ਤੋਂ ਤਜ਼ੀਮ ਕਰਦੇ ਨੇ, ਇਹਨਾਂ ਦੇ ਦਿਲ ਮੇਰੇ ਤੋਂ ਦੂਰ ਨੇ ਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ, ਕਿਉਂਕਿ ਇਹ ਇਨਸਾਨੀ ਅਹਿਕਾਮ, ਇੱਕ ਬਨੇ ਖੁਦਾ ਦੇ ਅਹਿਕਾਮ ਹੈ, ਦੂਸਰੇ ਬਨੇ ਇਨਸਾਨੀ ਅਹਿਕਾਮ ਹੈ। ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਤੇ ਖੁਦਾ ਦੇ ਹੁਕਮ ਨੂੰ ਰੱਦ ਕਰਦੇ। ਹਾਲਾਂਕਿ ਰਸੂਲ ਕਲਾਮ ਸੁਣਾਉਣ ਲਈ ਉਹਨਾਂ ਦੇ ਇਬਾਦਤ ਖਾਨਿਆਂ 'ਚ ਜਾਂਦਾ ਹੈ। ਰਸੂਲਾਂ ਦੇ ਇਮਾਲ 17 ਬਾਬ 17 ਐਤ ਨੂੰ ਪੜ੍ਹੀਏ, ਲਿਖਿਆ ਉਹਨਾਂ ਦੇ ਇਬਾਦਤ ਖਾਨੇ ਵਿੱਚ ਗਿਆ ਏ ਯਹੂਦੀਆਂ ਦੇ, ਤੇ ਫਿਰ ਜਿਹੜੇ ਖੁਦਾ ਪ੍ਰਸਤ ਚੌਕਾਂ 'ਚ ਵੀ ਮਿਲਦੇ ਸੀ ਉਹਨਾਂ ਦੇ ਨਾਲ ਵੀ ਰੋਜ਼ ਬਹਿਸ ਕਰਦਾ ਸੀ ਤੇ ਚੰਦ ਅਪਕੂਰੀ ਤੇ ਸਤੂਕੀ ਤੇ ਫੈਲਸੂਫ ਉਹਦਾ ਮੁਕਾਬਲਾ ਕਰਨ ਲੱਗੇ। ਤੇ ਬਾਅਦ ਨੇ ਆਖਿਆ, ਉਹ ਇਹ ਬਕਵਾਸੀ ਕੀ ਕਹੀ ਜਾਣ ਡਿਆ ਏ। ਤੇ ਕਈਆਂ ਨੇ ਆਖਿਆ ਇਹ ਗੈਰ ਮਬੂਦਾਂ ਦੀ ਖਬਰ ਦੇਣ ਵਾਲਾ ਸਾਨੂੰ ਲੱਗਦਾ ਏ। ਹਾਲਾਂਕਿ ਉਹ ਯਸੂ ਤੇ ਕਿਆਮਤ ਦੇ ਬਾਰੇ ਗੱਲਾਂ ਕਰਦਾ ਸੀ ਤੇ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ, ਸਮਝਾਉਂਦਾ ਸੀ ਯਸੂ ਦੇ ਬਾਰੇ ਤੇ ਕਿਆਮਤ ਦੇ ਬਾਰੇ।
ਤੇ ਭਰਾਓ ਅੱਜ ਸਮਝੀਏ, ਆਪਣੇ ਦਿਲਾਂ ਨੂੰ ਸਖਤ ਨਾ ਕਰੀਏ, ਕਿਉਂਕਿ ਮੀਕਾ 6 ਬਾਪ ਅਸੀਂ ਪਹਿਲੀ ਐ ਤੋਂ ਪੜ੍ਹ ਚੁੱਕੇ ਹਾਂ ਕਿ ਉੱਠ ਪਹਾੜਾਂ ਦੇ ਸਾਹਮਣੇ ਬਹਿਸ ਕਰ, ਗੱਲਾਂ ਕਰ। ਤੇ ਬਹਿਸ ਗੁਨਾਹ ਨਹੀਂ ਹੋ, ਇਹਨਾਂ ਗੱਲਾਂ ਵਿੱਚ ਤੇ ਜ਼ਿੰਦਗੀ। ਹਾਂ, ਜਦੋਂ ਕੋਈ ਇਹਨਾਂ ਨੂੰ ਤਰਕ ਕਰਦਾ ਹੈ, ਰੱਦ ਕਰਦਾ ਹੈ, ਤੇ ਫਿਰ ਯਰਮੀਆ ਨਬੀ ਦਾ ਸਹੀਫਾ, ਉਸ ਦਾ ਜਿਸ ਲਈ ਅਸੀਂ 12 ਬਾਬ 7 ਤੇ 8 ਐਤ ਨੂੰ ਪੜ੍ਹਦੇ ਹਾਂ, ਤੇ ਫਿਰ ਖੁਦਾ ਵੀ ਉਸੇ ਤਰ੍ਹਾਂ ਹੀ ਕਰਦਾ ਹੈ ਜਿੱਦਾਂ ਫਿਰ ਬੰਦਾ ਕਰਦਾ ਹੈ। ਫਿਰ ਉਹਨੂੰ ਅਦਲੇ ਦਾ ਬਦਲਾ ਮਿਲਦਾ ਹੈ। ਫਿਰ ਖੁਦਾ ਕਹਿੰਦਾ ਮੈਂ ਆਪਣੇ ਲੋਕਾਂ ਨੂੰ ਤਰਕ ਕਰ ਦਿੱਤਾ, ਮੈਂ ਆਪਣੀ ਮਿਰਾਸ ਨੂੰ ਰੱਦ ਕਰ ਦਿੱਤਾ, ਮੈਂ ਆਪਣੇ ਦਿਲ ਦੀ ਮਹਿਬੂਬਾ ਨੂੰ ਇਹਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਮੇਰੀ ਮਿਰਾਸ ਮੇਰੇ ਲਈ ਜੰਗਲੀ ਸ਼ੇਰ ਬਣ ਗਈ, ਤੇ ਉਹਨਾਂ ਮੇਰੇ ਖਿਲਾਫ ਉਹਨਾਂ ਨੇ ਮੇਰੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਉਹ ਭਰਾਓ, ਬੱਚੇ ਨੂੰ ਅਸੀਂ ਜਦੋਂ ਬਪਤਿਸਮਾ ਦਿੰਦੇ ਨਾ, ਇਹ ਖੁਦਾ ਦੇ ਖਿਲਾਫ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਨੇ ਆ। ਖੁਦਾ ਦੀ ਤੇ ਆਵਾਜ਼ ਹੈ, ਕਲਾਮ ਦੀ ਤੇ ਆਵਾਜ਼ ਹੈ ਕਿ ਜਿਹੜਾ ਇਹ ਮੰਨ ਲਿਆਵੇ ਉਹ ਬਪਤਿਸਮਾ ਲਵੇ। ਇਸੇ ਕਰਕੇ ਰੋਮੀਓ 10 ਬਾਬ ਤੋਂ ਦੀਆਂ ਪਹਿਲੀਆਂ 3 ਐਤਾਂ ਪੜ੍ਹੀ, ਇਹਨਾਂ ਤੇ ਲਿਖਿਆ ਮਿਲਦਾ ਹੈ ਕਿ ਮੇਰੇ ਦਿਲ ਦੀ ਆਰਜ਼ੂ, ਰਸੂਲ ਕਹਿੰਦਾ ਹੈ, ਤੇ ਇਹਨਾਂ ਲਈ ਦਿਲੋਂ ਦੁਆ ਹੈ ਕਿ ਨਜਾਤ ਪਾ ਜਾਣ, ਕਿਉਂਕਿ ਇਹ ਖੁਦਾ ਦੇ ਬਾਰੇ ਗੈਰਤ ਰੱਖਦੇ ਨੇ, ਪਰ ਕਹਿੰਦਾ ਸਮਝ ਦੇ ਨਾਲ ਨਹੀਂ ਰੱਖਦੇ। ਤੇ 3 ਐਚ ਕਹਿੰਦਾ ਇਸ ਲਈ ਕਿ ਖੁਦਾ ਦੀ ਰਾਸਤਬਾਜ਼ੀ ਤੋਂ ਨਾਵਾਕਫ ਹੋ ਕੇ ਤੇ ਆਪਣੀ ਰਾਸਤਬਾਜ਼ੀ ਕਾਇਮ ਕਰਨ ਦੀ ਕੋਸ਼ਿਸ਼ ਕਰਕੇ ਖੁਦਾ ਦੀ ਰਾਸਤਬਾਜ਼ੀ ਦੇ ਤਾਬਿਆ ਨਾ ਹੋਏ ਕਿ ਨਹੀਂ ਅਸੀਂ ਕਲਾਮ ਦੀ ਗੱਲ ਨਹੀਂ ਮੰਨੀ, ਅਸੀਂ ਖੁਦਾ ਦੀ ਗੱਲ ਨਹੀਂ ਮੰਨੀ, ਅਸੀਂ ਬੱਚੇ ਨੂੰ ਦੇਣੇ ਬਪਤਿਸਮੇ। ਜੇ ਕਲਾਮ ਕਹਿੰਦਾ ਜਿਹੜਾ ਹੀ ਮੰਨ ਲਿਆ ਵੀ ਉਹ ਲਵੇ, ਅਸੀਂ ਤੇ ਇਹਦੇ ਉਲਟ ਚੱਲਣਾ। ਤੇ ਆਓ ਉਲਟ ਨਾ ਚੱਲੀਏ, ਬਲਕਿ ਯਰਮੀਆ 2 ਬਾਬ ਤੇ 31 ਐਤ 'ਚ ਲਿਖਿਆ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ, ਔਰ ਲਿਹਾਜ਼ ਖੁਦਾ ਦੇ ਕਲਾਮ ਦਾ ਕਰੀਏ ਤਾਂ ਕਿ ਖੁਦਾ ਸਾਡਾ ਲਿਹਾਜ਼ ਕਰੇ। ਸੋ ਖੁਦਾ ਤੈਨੂੰ ਬੜੀ ਬਰਕਤ ਦੇਵੇ। ਕਲਾਮ ਨੂੰ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਬੈਲ ਦਾ ਬਟਨ ਵੀ ਦਬਾਇਓ ਤਾਂ ਕਿ ਖੁਦਾ ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ। ਖੁਦਾ ਬਰਕਤ ਦੇਵੇ।